ਬੇਸਮਾਰ ਅਥਾਹ ਅਗਣਤ ਅਤੁਲੈ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਗੌੜੀ ਮਹੱਲਾ ਪੰਜਵਾ। ਭੁਜ ਬਲ ਬੀਰ ਬ੍ਰਹਮ ਸੁਖ ਸਾਗਰ। ਗਰਤ ਪਰਤ ਗਹਿ ਲਿਹੁ ਅੰਗੁਰੀਆ। ਭੁਜ ਬਲ ਬੀਰ ਬ੍ਰਹਮ ਸੁਖ ਸਾਗਰ। ਗਰਤ ਪਰਤ ਗਹਿ ਲਿਹੁ ਅੰਗੁਰੀਆ। ਰਹਾਉ। ਸ਼ਰਮਨ ਨ ਸੁਰਤ ਨੈਣ ਸੁੰਦਰ ਨਹੀਂ। ਆਰਤ ਦਵਾਰ ਰਟਤ ਪਿੰਗੁਰੀਆ। ਦੀਨਾਨਾਥ ਅਨਾਥ ਕਰੁਣਾਮੈ। ਸਾਜਨ ਮੀਤ ਪਿਤਾ ਮਹਿਤਰੀਆ। ਚਰਨ ਕਵਲ ਹਿਰਦੈ ਗਹਿ ਨਾਨਕ। ਭੈ ਸਾਗਰ ਸੰਤ ਪਾਰ ਉਤਰੀਆ। ਦੀਨਾਨਾਥ ਅਨਾਥ ਕਰੁਣਾਮੈ। ਸਾਜਨ ਮੀਤ ਪਿਤਾ ਮਹਿਤਰੀਆ। ਚਰਨ ਕਵਲ ਹਿਰਦੈ ਗਹਿ ਨਾਨਕ। ਭੈ ਸਾਗਰ ਸੰਤ ਪਾਰ ਉਤਰੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਿਆਰੀ ਸਾਧ ਸੰਗਤ ਜੀ, ਆਓ ਬਾਕੀ ਸਮਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਚੱਲਦੀ ਹੋਈ ਲੜੀਵਾਰ ਕਥਾ ਵਿਚਾਰ ਗੁਰੂ ਕੇ ਸ਼ਬਦ ਦੇ ਉਪਦੇਸ਼ ਨਾਲ ਜੁੜੀਏ। ਗੌੜੀ ਮਹੱਲਾ ਪੰਜਵਾ। ਗੌੜੀ ਰਾਗ ਅੰਦਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇਹ ਮੁਬਾਰਕ ਬਚਨ ਆ ਰਿਹਾ ਹੈ। ਇਸ ਬਚਨ ਤੋਂ ਪਹਿਲਾਂ ਜਗਿਆਸੂ ਦੀ ਬੇਨਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ, ਮਨ ਦੀ ਭਾਵਨਾ ਹੈ। ਮੈਂ ਪਹਿਲੋਂ ਬੇਨਤੀ ਕਰਾਂ, ਪਹਿਲੋਂ ਇਹ ਮਨ ਦੀ ਭਾਵਨਾ ਬਣਾਉਣੀ ਪੈਣੀ ਹੈ। ਜਿੰਨੀ ਦੇਰ ਤੱਕ ਇਹ ਮਹਿਸੂਸ ਨਹੀਂ ਨਾ ਕੀਤਾ ਕਿ ਮੈਂ ਰੱਬ ਤੋਂ ਵਿਛੜਿਆ ਆ, ਮੈਂ ਗੁਰੂ ਤੋਂ ਵਿਛੜਿਆ ਆ, ਮੈਨੂੰ ਆਤਮਾ ਤੇ ਪ੍ਰਮਾਤਮਾ ਦਾ ਵਿਛੋੜਾ ਪਿਆ ਹੋਇਆ, ਉਨੀ ਦੇਰ ਤੱਕ ਇਹ ਭਾਵਨਾ ਦੀ ਅਰਦਾਸ ਨਿਕਲਣੀ ਨਹੀਂ। ਕਿਉਂਕਿ 12 ਮਹਾ ਦੀ ਬਾਣੀ ਵੀ ਪੜ੍ਹਦੇ ਆ, ਉੱਥੇ ਵੀ ਜ਼ਿਕਰ ਆਉਂਦਾ ਵੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਜਿੱਦਣ ਇਹ ਮਹਿਸੂਸ ਕੀਤਾ ਕਿ ਅਸੀਂ ਵਿਛੜੇ ਹੋਏ ਹਾਂ। ਆਮ ਤੌਰ ਤੇ ਭਗਤ ਸਾਹਿਬਾਨ, ਭਗਤ ਫਰੀਦ ਜੀ ਦਾ ਇੱਕ ਸ਼ਲੋਕ ਬੜਾ ਸਹਾਇਕ ਹੁੰਦਾ ਇਸ ਗੱਲ ਤੇ। ਕਹਿੰਦੇ ਵਿਛੋੜਾ ਚੰਗੀ ਗੱਲ ਨਹੀਂ, ਵਿਛੋੜਾ ਬੁਰਾ ਹੁੰਦਾ ਹੈ। ਤੇ ਸਤਿਗੁਰੂ ਦੀ ਬਾਣੀ ਭਗਤ ਰਸਨਾ ਦੁਆਰਾ ਕਹਿੰਦੇ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਫਰੀਦਾ ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ। ਸੱਚੀ ਜਾਣਿਓ, ਜਿੰਨੇ ਗੁੱਸਾ ਕਰਨਾ ਨਾ ਇਸ ਗੱਲ ਦਾ ਬੜਾ ਗੁੱਸਾ ਲੱਗਣਾ ਉਸ ਗੱਲ ਤੇ। ਭਗਤ ਫਰੀਦ ਜੀ ਕਹਿੰਦੇ ਲੋਕ ਵਿਛੋੜੇ ਨੂੰ ਕਹਿੰਦੇ ਵਿਛੋੜਾ ਦੁਖਦਾਈ ਹੈ, ਪਰ ਭਗਤ ਜੀ ਕਹਿੰਦੇ ਮੇਰੀ ਨਿਗਾਹ ਵਿੱਚ ਬਿਰਹਾ ਜਿਹੜਾ ਸੁਲਤਾਨ ਹੈ, ਵਿਛੋੜਾ ਬਾਦਸ਼ਾਹ ਹੈ। ਤੇ ਮੈਂ ਇਹ ਗੱਲ ਢੋਲ ਦੇ ਡਗੇ ਨਾਲ ਸੰਸਾਰ ਨੂੰ ਕਹਿਣਾ ਚਾਹੁੰਦਾ ਵੀ ਜਿਹੜੇ ਮਨੁੱਖ ਦੇ ਅੰਦਰ ਪਰਮਾਤਮਾ ਦੇ ਵਿਛੋੜੇ ਦੀ ਤਾਬ ਨਹੀਂ ਪੈਦਾ ਹੋਈ, ਇਹ ਮਹਿਸੂਸ ਹੀ ਨਹੀਂ ਹੋਇਆ ਕਿ ਮੈਂ ਰੱਬ ਤੋਂ ਵਿਛੜਿਆ ਹੋਇਆ, ਇਹਨਾਂ ਜੂਨਾਂ ਵਿੱਚ ਭਟਕ ਰਿਹਾ ਤੇ ਦੁਖੀ ਹੋ ਰਿਹਾ ਵਾਂ। ਭਗਤ ਫਰੀਦ ਜੀ ਕਹਿੰਦੇ ਉਹ ਬੰਦਾ ਆਪਣੇ ਆਪ ਨੂੰ ਬੰਦਾ ਨਾ ਸਮਝੇ, ਉਹ ਤਾਂ ਮੜੀਆਂ ਕਬਰਾਂ ਤੁਰੀਆਂ ਫਿਰਦੀਆਂ ਨੇ ਤੇ ਉਹ ਸਰੀਰਾਂ ਰੂਪੀ ਕਬਰਾਂ ਦੇ ਵਿੱਚ ਭੂਤ ਪ੍ਰੇਤ ਵਸਦੇ ਨੇ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਫਰੀਦਾ ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ। ਮਸਾਨ ਦਾ ਅਰਥ ਹੈ ਸ਼ਮਸ਼ਾਨ ਭੂਮਿਕਾ, ਮੜੀਆਂ। ਜੇ ਮੇਰੇ ਤੇ ਨਾ ਵਿਸ਼ਵਾਸ ਆਏ ਤੇ ਕਿਤੇ ਆਪ ਆਪਣੇ ਫੋਨਾਂ ਤੇ ਸਾਰਿਆਂ ਦੇ ਕੋਲੇ YouTube ਹੈਗੇ, ਕੱਢ ਕੇ ਵੇਖ ਲਓ ਉਹਦੇ ਅਰਥ ਕੀ ਬਣਦੇ ਆ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਬੇਨਤੀ ਆਈ, ਮਹਾਰਾਜ ਮੈਨੂੰ ਮਹਿਸੂਸ ਹੋਇਆ ਮੈਂ ਵਿਛੜਿਆ, ਮੈਨੂੰ ਮਹਿਸੂਸ ਹੋਇਆ ਮੈਂ ਭਟਕ ਗਿਆ। ਸੱਚੇ ਪਾਤਸ਼ਾਹ ਮੈਂ ਵਾਪਸ ਜੁੜਨਾ ਚਾਹੁੰਦਾ ਵਾਂ, ਤੇਰੀ ਕਿਰਪਾ ਤੋਂ ਬਿਨਾਂ ਜੁੜਿਆ ਨਹੀਂ ਜਾਂਦਾ। ਜਿਹੜਾ ਇਹ ਜੁੜਨ ਵਾਲਾ ਰਾਹ ਵਾ, ਕਿਸੇ ਨੇ ਕਿਹਾ ਤੀਰਥਾਂ ਤੇ ਨਹਾ, ਕਿਸੇ ਨੇ ਕਿਹਾ ਪੁੱਠੇ ਲਟਕ, ਕਿਸੇ ਨੇ ਕਿਹਾ ਅੱਗ ਦੀਆਂ ਧੂਣੀਆਂ ਤਾਕ ਕੇ ਬਹਿ, ਕਿਸੇ ਨੇ ਕਿਹਾ ਦਰਿਆਵਾਂ ਪਾਣੀਆਂ ਦੇ ਵਿੱਚ ਖਲੋਤਾ ਰਹਿ, ਕਿਸੇ ਨੇ ਕਿਹਾ ਪਹਾੜਾਂ ਤੇ ਚੜ ਜਾ, ਕਿਸੇ ਨੇ ਕਿਹਾ ਭਗਵੇਂ ਕੱਪੜੇ ਪਾ ਲਾ, ਕਿਸੇ ਨੇ ਕਿਹਾ ਜੜਾਵਾਂ ਬਿਠਾ ਲਾ, ਕਿਵੇਂ ਕਿਹਾ ਕੱਪੜੇ ਲਾ ਕੇ ਨੰਗਾ ਹੋ ਕੇ ਦੁਨੀਆ ਤੇ ਤੁਰਿਆ ਫਿਰ। ਮਹਾਰਾਜ ਕੀ ਕਰਾਂ, ਕਿਹੜੇ ਰਾਹ ਪਵਾਂ ਤੇ ਤੈਨੂੰ ਤੇਰਾ ਮਿਲਾਪ ਹੋਏਗਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਕਹਿੰਦੇ ਨੇ, ਗੁਰੂ ਕੇ ਸਿੱਖਾ ਆਪਣੇ ਆਪ ਨੂੰ ਗੁਰੂ ਦੇ ਚਰਨਾਂ ਤੇ ਸਮਰਪਿਤ ਕਰਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ। ਇਹੋ ਹੀ ਰਾਹ ਆ, ਅਰਦਾਸ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਹੈ। ਤੇ ਅਰਦਾਸ ਕਿਵੇਂ ਕਰਾਂ? ਜਿਵੇਂ ਆਮ ਤੌਰ ਤੇ ਸੇਲਜ਼ਮੈਨ ਹੈ,
ਤੁਹਾਡੇ ਕੋਲੇ ਕੋਈ ਆਪਣੀ ਕੋਈ ਚੀਜ਼ ਕੋਈ ਪ੍ਰੋਡਕਟ ਆਣ ਕੇ ਸੇਲ ਕਰਨਾ ਚਾਹੁੰਦਾ ਤੇ ਉਹ ਉਹਨਾਂ ਚੀਜ਼ਾਂ ਦੇ ਗੁਣ ਦੱਸਦਾ ਵੀ ਮੇਰੇ ਕੋਲੇ ਆਹ ਚੀਜ਼ ਹੈ, ਇਹਨੂੰ ਬਾਏ ਕਰ ਲਓ ਕਿਉਂਕਿ ਇਹਦੇ ਚ ਆ ਬੜੀਆਂ ਵਧੀਆ ਗੁਣ ਨੇ ਇਹਦੇ ਵਿੱਚ। ਤੇ ਸਤਿਗੁਰੂ ਦੇ ਪਾਵਨ ਚਰਨਾਂ ਵਿੱਚ ਅਰਦਾਸ ਕਰੀਏ ਸੱਚੇ ਪਾਤਸ਼ਾਹ ਪਰਮੇਸ਼ਰ ਦੇ ਅੱਗੇ ਅਰਦਾਸ ਕਰਨੀ ਆ, ਉਹ ਕਿਵੇਂ ਕਰੀਏ? ਤੇ ਮਹਾਰਾਜ ਕਹਿੰਦੇ ਫਿਰ ਉਸ ਪਰਮੇਸ਼ਰ ਦੇ ਗੁਣ ਆਪਣੇ ਅੱਗੇ ਰੱਖ। ਪਰਮੇਸ਼ਰ ਦਾ ਜੋ ਬਿਰਧ ਹੈ ਨਾ, ਪਿਛਲਾ ਪਰਮੇਸ਼ਰ ਦਾ ਸੁਭਾਅ ਆ, ਉਹਨੂੰ ਆਪਣੇ ਅੱਗੇ ਚੇਤੇ ਕਰ ਕਰਕੇ ਸੱਚੇ ਪਾਤਸ਼ਾਹ ਤੂੰ ਇਹੋ ਜਿਹਾ, ਤੂੰ ਇਹੋ ਜਿਹਾ, ਤੂੰ ਇਹੋ ਜਿਹਾ, ਕਿਰਪਾ ਕਰ ਸਾਨੂੰ ਬਖਸ਼ ਲਾ। ਤੇ ਸਤਿਗੁਰੂ ਜੀ ਇਸ ਸ਼ਬਦ ਵਿੱਚ ਉਸ ਪਰਮੇਸ਼ਰ ਨੂੰ ਕਿਹੋ ਜਿਹਾ ਦਿਖਾ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਓ ਅੰਗੁਰੀਆ। ਭੁਜ ਬਲ, ਭੁਜ ਦਾ ਅਰਥ ਹੈ ਬਾਹਾਂ, ਬਲ ਦਾ ਅਰਥ ਹੈ ਬਲਵਾਨ, ਬੀਰ ਦਾ ਅਰਥ ਹੈ ਬਹਾਦਰ, ਬ੍ਰਹਮ ਦਾ ਅਰਥ ਹੈ ਵਿਆਪਕ, ਸੁਖ ਦਾ ਅਰਥ ਆਪਾਂ ਜਾਣਦੇ ਹਾਂ, ਸਾਗਰ ਦਾ ਅਰਥ ਹੈ ਸਮੁੰਦਰ। ਬਹੁਤ ਛੋਟੇ ਸਮੇਂ ਵਿੱਚ ਹੀ ਅੱਗੇ ਲੰਘਣਾ ਹੈ, ਨਹੀਂ ਤੇ ਇਹਨਾਂ ਕੱਲੇ ਕੱਲੇ ਅੱਖਰਾਂ ਦੀ ਬੜੀ ਬੜੀ ਵਿਆਖਿਆ ਮਹਾਂਪੁਰਸ਼ਾਂ ਨੇ ਕੀਤੀ ਹੈ। ਕਹਿਣ ਲੱਗੇ ਹੇ ਮੇਰੇ ਪ੍ਰਮਾਤਮਾ ਪਰਮੇਸ਼ਰ ਜੀ ਤੂੰ ਬ੍ਰਹਮ ਆ। ਬ੍ਰਹਮ ਦਾ ਅਰਥ ਹੈ ਤੂੰ ਸਾਰਿਆਂ ਵਿੱਚ ਵਿਆਪਕ ਆ। ਕਿਤੇ ਮਨ ਨੇ ਭਾਵਨਾ ਬਣਾਈ ਹੈ, ਕਿਤੇ ਮਨ ਨੇ ਇਹ ਗੱਲ ਸਮਝੀ ਹੈ ਕਿ ਪਰਮੇਸ਼ਰ ਸਾਰਿਆਂ ਵਿੱਚ ਵਸਦਾ ਹੈ। ਜੇ ਪਰਮੇਸ਼ਰ ਨੂੰ ਵਸਦਾ ਹੋਇਆ ਸਾਰਿਆਂ ਵਿੱਚ ਮੰਨੀਏ ਤੇ ਕਦੇ ਕਿਸੇ ਨੂੰ ਮਾੜਾ ਨਾ ਕਹੀਏ, ਕਦੇ ਕਿਸੇ ਨੂੰ ਬੁਰਾ ਨਾ ਕਹੀਏ। ਇਹ ਸਾਨੂੰ ਜਾਚ ਗੁਰੂ ਨਾਨਕ ਦੇਵ ਸਾਹਿਬ ਨੇ ਸਿਖਾਈ ਹੈ, ਕਿਉਂਕਿ ਉਹਨਾਂ ਨੇ ਅਸੰਖ ਜਪ ਅਸੰਖ ਭਾਵ ਵਾਲਿਆਂ ਨੂੰ ਵੀ ਕਿਹਾ ਵੀ ਜੋ ਤੁਧ ਭਾਵੈ ਸਾਈ ਭਲੀ ਕਾਰ, ਤੇ ਉਹਨਾਂ ਨੇ ਅਸੰਖ ਗੱਲ ਵੱਢ ਹੱਤਿਆ ਕਮਾਹੇ ਵਾਲਿਆਂ ਨੂੰ ਵੀ ਅੱਗੇ ਜਾ ਕੇ ਕਿਹਾ ਜੋ ਤੁਧ ਭਾਵੈ ਸਾਈ ਭਲੀ ਕਾਰ। ਅਸੀਂ ਤੇ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਦੁਸ਼ਮਣੀਆਂ ਪਾ ਕੇ ਬੈਠੇ ਹੋਏ ਹਾਂ। ਸੱਚੀ ਜਾਣਿਓ, ਭਾਵੇਂ ਗੁਰਦੁਆਰਿਓਂ ਜਾਂਦੇ ਆ, ਮੰਦਰਾਂ ਮਸੀਤਾਂ ਤੋਂ ਜਾਂਦੇ ਆ, ਆਪਣੇ ਆਪ ਦੇ ਵਿੱਚ ਧਾਰਮਿਕ ਪ੍ਰੋਗਰਾਮ ਕਰਕੇ ਗਏ ਆ, ਤੇ ਫਿਰ ਵੀ ਸਾਡੇ ਅੰਦਰ ਦੀ ਈਰਖਾ, ਸਾਡੇ ਅੰਦਰ ਦਾ ਉਹ ਵੈਰ ਵਿਰੋਧ ਹਰ ਵੇਲੇ ਹੀ ਸਾੜਦਾ। ਗਏ ਹੁੰਦੇ ਆ ਧਾਰਮਿਕ ਸਥਾਨਾਂ ਤੋਂ ਘਰੇ, ਤੇ ਘਰੇ ਜਾਂਦਿਆਂ ਰਾਹ ਵਿੱਚ ਪਤਿਆ ਨਹੀਂ ਕਿੰਨਿਆਂ ਕਦੇ ਕੱਪੜੇ ਫਰੋਲ ਦਿੰਦੇ ਆ ਵੀ ਉਹ ਫਲਾਣਾ ਐਵੇਂ ਢੀਂਗੜਾ ਐਵੇਂ, ਕਿਉਂਕਿ ਆਪਣੇ ਮਨ ਅੰਦਰ ਉਹ ਦੋਸ਼ ਬੈਠੇ ਹੋਏ ਨੇ, ਆਪਣੇ ਅੰਦਰ ਉਹ ਔਗਣ ਲੈ ਕੇ ਬੈਠੇ ਆ। ਇਸੇ ਕਰਕੇ ਬਾਣੀ ਨੇ ਵੀ ਸਪਸ਼ਟ ਕੀਤਾ ਵੀ ਸੁਖੀਏ ਕੋ ਪੇਖੈ ਸਭ ਸੁਖੀਆ, ਰੋਗੀ ਕਹਿ ਭਾਣੈ ਸਭ ਰੋਗੀ। ਜਿਹੋ ਜੀ ਸੁਰਤੀ ਬਿਰਤੀ ਦਾ ਬੰਦਾ ਮਾਲਕ ਆਪ ਹੈ, ਉਹਨੂੰ ਉਹੋ ਜਿਹੇ ਸਾਰੇ ਦਿਸਦੇ ਨੇ, ਉਹਨੂੰ ਉਹੋ ਜਿਹੇ ਸਾਰੇ ਦਿਖਦੇ ਨੇ। ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਬ੍ਰਹਮ ਦਾ ਅਰਥ ਆ, ਬ੍ਰਹਮ ਦਾ ਅਰਥ ਹੈ ਵਿਆਪਕ ਰੂਪ, ਜਰਰੇ ਜਰਰੇ ਵਿੱਚ ਵਿਆਪਕਦਾ ਹੈ। ਉਹਦੇ ਅੱਗੇ ਅਰਦਾਸ ਕਰਨੀ ਹੈ ਪਹਿਲੋਂ ਇਸ ਗੱਲ ਦੇ ਉੱਤੇ ਆ ਕਿ ਉਹ ਬ੍ਰਹਮ ਸਾਰਿਆਂ ਥਾਵਾਂ ਤੇ ਵਿਆਪਕ ਹੈ। ਤੇ ਫਿਰ ਮੁੜ ਕੇ ਅੱਗੇ ਜਾ ਕਰਕੇ ਦੂਸਰਾ ਸਵਾਲ ਉੱਠ ਪਏ ਕਿ ਮੇਰਾ ਕੋਈ ਸੱਜਣ ਆ, ਠੀਕ ਹੈ ਉਹ ਹਰ ਵੇਲੇ ਮੇਰੇ ਨਾਲ ਰਹਿੰਦਾ, ਪਰ ਉਹ ਹੈ ਹੀ ਮਾੜੂਆ ਜਿਹਾ, ਕਿਤੇ ਚਾਰ ਬੰਦੇ ਆਣ ਕੇ ਮੇਰੇ ਗਲ ਪੈ ਗਏ ਤੇ ਉਹਨੇ ਤੇ ਮੇਰੀ ਸਹਾਇਤਾ ਹੀ ਨਹੀਂ ਕਰ ਸਕਣੀ, ਉਹਦੇ ਕੋਲ ਜ਼ੋਰ ਹੀ ਇੰਨਾ ਨਹੀਂ ਹੈਗਾ। ਮਹਾਰਾਜ ਕਹਿੰਦੇ ਜਿਹੜੇ ਬ੍ਰਹਮ ਦੀ ਮੈਂ ਗੱਲ ਕਰ ਰਿਹਾ ਉਹ ਭੁਜ ਬਲ ਬੀਰ, ਉਹ ਬਾਹਾਂ ਦਾ ਬੜਾ ਵੀਰ ਬਹਾਦਰ ਆ, ਬਲਵਾਨ ਆ, ਉਹਦੀਆਂ ਤਾਕਤਾਂ ਅੱਗੇ ਦੁਨੀਆ ਦੀਆਂ ਸਾਰੀਆਂ ਤਾਕਤਾਂ ਨਿਉਂਦੀਆਂ ਨੇ। ਬਲ ਵੀਰ ਦਾ ਬੀਲ ਭੱਦਰ ਦਾ ਪ੍ਰਭਾਵ ਕ੍ਰਿਸ਼ਨ ਵੀ ਮੰਨੇ ਆਖਰ ਕੀਤੇ ਨੇ ਅਖਰੀ ਅਰਥ ਵਿਦਵਾਨਾਂ ਨੇ। ਖੈਰੋ ਵਿਚਾਰ ਮਹਾਰਾਜ ਕਹਿੰਦੇ ਉਹ ਪਰਮੇਸ਼ਰ ਨੂੰ ਇਵੇਂ ਮਹਿਸੂਸ ਕਰਕੇ ਕਿ ਉਹ ਸਾਰਿਆਂ ਥਾਵਾਂ ਤੇ ਵਿਆਪਕ ਹੈ, ਉਹ ਬੜੀਆਂ ਹੀ ਬਲਵਾਨ ਬਾਹਾਂ ਵਾਲਾ ਆ, ਉਹ ਬੜਾ ਹੀ ਵੀਰ ਬਹਾਦਰ ਹੈ, ਉਹਦੀਆਂ ਤਾਕਤਾਂ ਸ਼ਕਤੀਆਂ ਅੱਗੇ ਕੋਈ ਸ਼ਕਤੀ ਕੰਮ ਨਹੀਂ ਕਰ ਸਕਦੀ। ਉਹਦੇ ਅੱਗੇ ਅਰਦਾਸ ਕਰਨੀ ਹੈ ਜਿਹੜਾ ਫਿਰ ਇੰਨੀ ਪਾਵਰ ਦਾ ਮਾਲਕ ਆ, ਪਰ ਨਾਲ ਇੱਕ ਹੈ ਸੁਖ ਸਾਗਰ। ਸੱਚੇ ਪਾਤਸ਼ਾਹ ਤੂੰ ਤੇ ਸੁੱਖਾਂ ਦਾ ਸਮੁੰਦਰ ਆ, ਤੂੰ ਤੇ ਸੁੱਖਾਂ ਦਾ ਦਰਿਆ ਆ, ਤੇਰੇ ਪਾਵਨ ਸਰੂਪ ਦੇ ਵਜੂਦ ਵਿੱਚੋਂ ਸੁੱਖ ਮੁੱਕ ਹੀ ਨਹੀਂ ਸਕਦੇ, ਤੂੰ ਇਹੋ ਜਿਹਾ ਸਮੁੰਦਰ ਹੈ ਸੁੱਖਾਂ ਦਾ। ਤੇ ਬੇਨਤੀ ਕੀ ਕਰਨੀ ਹੈ, ਗਰਤ ਪਰਤ ਗਹਿ ਲੇਹੋ ਅੰਗੁਰੀਆ। ਗਰਤ ਦਾ ਅਰਥ ਆ ਟੋਆ, ਪਰਤ ਦਾ ਅਰਥ ਆ ਡਿੱਗ ਰਿਹਾ ਵਾਂ, ਪੈ ਰਿਹਾ ਵਾਂ ਮੈਂ ਉਸ ਟੋਏ ਵਿੱਚ। ਹੁਣ ਇਸ ਗਰਤ ਪਰਤ ਅੱਖਰ ਦੇ ਅਰਥ ਕੀਤੇ ਨੇ ਵੀ ਸੰਸਾਰ ਰੂਪੀ ਟੋਵਾ, ਸਰੀਰ ਰੂਪੀ ਟੋਵਾ, ਮੋਹ ਰੂਪੀ ਟੋਵਾ, ਅਗਿਆਨ ਰੂਪੀ ਟੋਵਾ, ਅਵਿਦਿਆ ਰੂਪੀ ਟੋਵਾ। ਇਹ ਸਾਰੇ ਅੱਖਰਾਂ ਦੀ ਵਿਆਖਿਆ ਬਾਣੀ ਵਿੱਚੋਂ ਮਿਲਦੀ ਹੈ। ਇਹ ਸੱਚੇ ਪਾਤਸ਼ਾਹ ਮੈਂ ਸੰਸਾਰ ਰੂਪੀ ਟੋਏ ਵਿੱਚ ਡਿੱਗ ਰਿਹਾ ਵਾਂ, ਇਹ ਸੱਚੇ ਪਾਤਸ਼ਾਹ ਮੈਂ ਅਗਿਆਨ ਰੂਪੀ ਟੋਏ ਵਿੱਚ ਡਿੱਗ ਰਿਹਾ ਵਾਂ, ਇਹ ਸੱਚੇ ਪਾਤਸ਼ਾਹ ਮੈਂ ਅਵਿਦਿਆ ਰੂਪੀ ਟੋਏ ਵਿੱਚ ਡਿੱਗ ਰਿਹਾ ਵਾਂ, ਇਹ ਸੱਚੇ ਪਾਤਸ਼ਾਹ ਮੈਂ ਮੋਹ ਰੂਪੀ ਟੋਏ ਵਿੱਚ ਡਿੱਗ ਰਿਹਾ ਵਾਂ। ਮੋਹ ਪਤਾ ਕਿੰਨਾ ਬਲਵਾਨ। ਆਵੀ ਨੇ ਸਾਖੀ ਧੰਨ ਗੁਰੂ ਨਾਨਕ ਦੇਵ ਸਾਹਿਬ ਦੇ ਪਵਿੱਤਰ ਜੀਵਨ ਵਿੱਚੋਂ ਸ਼ਾਇਦ ਸੁਣੀ ਹੋਵੇ। ਇੱਕ ਖੂਹ ਥਾਣੀ ਲੰਘ ਰਹੇ ਨੇ ਤੇ ਇੱਕ ਬਜ਼ੁਰਗ ਆ, ਉਹ ਆਪਣੇ ਪੁੱਤਰਾਂ ਨੂੰ ਗਾਲਾਂ ਕੱਢਦਾ, ਉੱਚੀ ਉੱਚੀ ਆਵਾਜ਼ਾਂ ਮਾਰਦਾ। ਮਹਾਰਾਜ ਉਹਦੇ ਕੋਲ ਜਾ ਕੇ ਕਹਿਣ ਲੱਗੇ ਬਜ਼ੁਰਗਾ ਮੁਕਤ ਹੋਣਾ ਤੇ ਸਾਡੇ ਤੁਹਾਡੇ ਵਿੱਚ ਆਮ ਮੁਕਤ ਦਾ ਅਰਥ ਮੰਨਿਆ ਵੀ ਮਰ ਜਾਣਾ ਮੁਕਤ ਹੋਣਾ ਹੁੰਦਾ। ਬਾਪੂ ਕਹਿੰਦਾ ਨਾ ਨਾ ਮੈਂ ਨਹੀਂ ਮਰਨਾ। ਮਹਾਰਾਜ ਮੁਸਕਰਾ ਕੇ ਚਲੇ ਗਏ, ਮੈਂ 1 ਮਿੰਟ ਹੀ ਲਾਉਣਾ। ਮਹਾਰਾਜ ਮੁਸਕਰਾ ਕੇ ਚਲੇ ਗਏ। ਸਮਾਂ ਆਇਆ, ਬਜ਼ੁਰਗ ਸੀ, ਚੜ੍ਹਾਈ ਕਰ ਗਿਆ। ਚੜ੍ਹਾਈ ਕਰਕੇ ਉਸੇ ਮੋਹ ਦਾ ਬੱਝਾ ਹੋਇਆ ਉਸੇ ਘਰ ਵਿੱਚ ਗਾਈ ਪੇਟੋਂ ਬਲਦ ਬਣ ਕੇ ਪੈਦਾ ਹੋਇਆ।
2 ਸਾਲਾਂ 'ਚ ਵੱਡਾ ਹੋ ਗਿਆ, ਹਨਾੜੀ ਜੋਤਾ। ਗੁਰੂ ਨਾਨਕ ਦੇਵ ਸਾਹਿਬ ਜੀ ਫਿਰ ਆਏ, ਉਸ ਜੁਪੇ ਹੋਏ ਹਾਲੀ ਬਲਦ ਦੇ ਕੰਨ ਵਿੱਚ ਕਹਿਣ ਲੱਗੇ, ਕਿੱਦਾਂ ਸੱਜਣਾ ਮੁਕਤ ਹੋਣਾ? ਤੇ ਸਾਨੂੰ ਤੁਹਾਨੂੰ ਸਮਝ ਨਹੀਂ ਆਉਣੀ ਉਹਨਾਂ ਬੋਲੀਆਂ ਦੀ। ਇਤਿਹਾਸ ਵਿੱਚ ਜਾਂ ਭਗਤ ਵਿੱਚ, ਤਵਾਰੀਖਾਂ ਵਿੱਚ ਲਿਖਿਆ ਹੋਇਆ ਵੀ ਉਸ ਬਲਦ ਨੇ ਆਪਣਾ ਕੰਨ ਜ਼ੋਰ ਨਾਲ ਹਿਲਾ ਕੇ ਮਾਨੋ ਜਵਾਬ ਦਿੱਤਾ, ਕਹਿਣ ਲੱਗੇ ਸਾਈਂ ਜੀ ਮੁਕਤ ਨਹੀਂ ਹੋਣਾ, ਕਿਉਂਕਿ ਜੇ ਮੈਂ ਮਰ ਗਿਆ ਤੇ ਮੇਰੇ ਬੱਚਿਆਂ ਨੂੰ ਹੋਰ 500-700 ਦਾ ਨਵਾਂ ਲੈਣਾ ਪੈਣਾ, ਖਰਚਾ ਪੈ ਜਾਣਾ। ਮੋਹ ਤੇ ਬਲਦ ਦੀ ਉਮਰ ਵੀ ਕੋਈ ਬਹੁਤ ਲੰਬੀ ਨਹੀਂ ਹੁੰਦੀ। ਥੋੜੇ ਚਿਰ ਬਾਅਦ ਬਲਦ ਵੀ ਮਰ ਗਿਆ। ਉਸੇ ਘਰ ਦੇ ਵਿੱਚ ਕੁੱਤਾ ਬਣ ਕੇ ਜੰਮਿਆ। ਗੁਰੂ ਨਾਨਕ ਸਾਹਿਬ ਫਿਰ ਆ ਗਏ। ਮਹਾਰਾਜ ਕਹਿਣ ਲੱਗੇ, ਕਿੱਦਾਂ ਸੱਜਣਾ ਹੁਣ ਮੁਕਤ ਹੋਣਾ? ਉਹ ਫਿਰ ਆਪਣੀ ਆਵਾਜ਼ ਵਿੱਚ ਬਹੁ ਬਹੁ ਕਰਕੇ ਭੌਂਕ ਕੇ ਕਹਿੰਦਾ, ਨਹੀਂ ਮਾਲਕਾ, ਮੁਕਤ ਨਹੀਂ ਹੋਣਾ, ਕਿਉਂਕਿ ਮੇਰੇ ਧੀਆਂ ਪੁੱਤ, ਨੌ ਪੁੱਤ ਪੋਤਰੇ ਥੱਕੇ ਥਕਾਏ ਦਿਨਾਂ ਦੇ ਕੰਮਾਂ ਵਿੱਚ ਰਾਤ ਨੂੰ ਸੌਂ ਜਾਂਦੇ ਨੇ। ਜੇ ਮੈਂ ਬਨੇਰੇ ਤੇ ਬਹਿ ਕੇ ਰਾਖੀ ਨਾ ਕਰਾਂ ਤੇ ਘਰ ਉੱਜੜ ਜਾਣਾ ਇਹਨਾਂ ਦਾ, ਲੋਕਾਂ ਨੇ ਚੋਰੀ ਕਰ ਲੈਣੀ। ਸਮਾਂ ਪਾ ਕੇ ਮਰ ਗਿਆ। ਉਸੇ ਘਰ ਵਿੱਚ ਸੱਪ ਬਣ ਕੇ ਆਇਆ, ਮੋਹ ਦਾ ਬੱਝਾ। ਸੱਪ ਆਣ ਕੇ ਜਦੋਂ ਕਿਸੇ ਕਮਰੇ ਵਿੱਚ ਵੜਿਆ ਤੇ ਘਰਦਿਆਂ ਨੇ ਹੀ ਮਾਰ ਕੇ ਡੰਡੇ ਸ੍ਰੀ ਫੇਂਤੀ ਮਰ ਗਿਆ। ਸੱਚੀ ਜਾਣਿਓ, ਨਾਨਕ ਪ੍ਰਕਾਸ਼ ਇਤਿਹਾਸ ਪੜ੍ਹਿਓ। ਮੈਂ ਆਪਣੇ ਕੋਲੋਂ ਸਾਖੀ ਨਹੀਂ ਲਾ ਰਿਹਾ, ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਇਹ ਸਾਖੀ ਆਉਂਦੀ ਹੈ ਕਿ ਉਸ ਤੋਂ ਬਾਅਦ ਮੁੜ ਕੇ ਉਸੇ ਘਰ ਦਾ ਜਿੱਥੇ ਵਹਿਣੀ ਦਾ ਪਾਣੀ ਜਾਂਦਾ ਨਾ, ਕਿਚੜਿਆ, ਉਸ ਚਿੱਕੜ ਦੇ ਵਿੱਚ ਇੱਕ ਕੀੜਾ ਬਣ ਕੇ ਆਇਆ। ਤੇ ਗੁਰੂ ਨਾਨਕ ਦੇਵ ਸਾਹਿਬ ਜੀ ਫਿਰ ਆ ਗਏ, ਦੀਨ ਦੁਨੀਆ ਦੇ ਮਾਲਕ। ਭਾਈ ਮਰਦਾਨੇ ਨੂੰ ਕਹਿੰਦੇ, ਮਰਦਾਨੇ ਆ ਕੀੜਾ ਬਾਹਰ ਕੱਢ। ਕੀੜੇ ਨੂੰ ਬਾਹਰ ਕੱਢ ਕੇ ਜਦੋਂ ਉਹਦੇ ਨੂੰ ਤੀਲੇ ਨਾਲ ਹਿਲਾ ਕੇ ਉਹਦਾ ਚਿੱਕੜ ਚੁੱਕੜਾ ਉਹਦਾ ਆਲਾ ਦੁਆਲਾ ਉਹਨੂੰ ਹਿਲਾਇਆ, ਸਾਫ਼ ਕੀਤਾ, ਉਹਨੂੰ ਹੋਸ਼ ਆਈ। ਮੇਰੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕਹਿਣ ਲੱਗੇ, ਸਜਣਾ ਮੁਕਤ ਹੋਣਾ। ਤੇ ਨਾਨਕ ਪ੍ਰਕਾਸ਼ ਵਿੱਚ ਗ੍ਰੰਥ ਵਿੱਚ ਭਾਈ ਸੰਤੋਖ ਸਿੰਘ ਨੇ ਉੱਥੇ ਕਿਰੜ ਅੱਖਰ ਲਿਖਿਆ ਹੈ ਕਿ ਉਸ ਵੇਲੇ ਉਹ ਕੀੜਾ ਆਪਣੀ ਬੋਲੀ ਵਿੱਚ ਕਿਰੜ ਕਰਕੇ ਬੋਲਿਆ, ਜਿਹਦਾ ਅਰਥ ਬਣਦਾ ਸੀ, ਦਾਤਾ ਬੜਾ ਦੁਖੀ ਆ, ਬੜਾ ਦੁਖੀ ਆ, ਕਿਰਪਾ ਕਰਕੇ ਹੁਣ ਮੁਕਤ ਕਰ ਦੇ, ਬੜਾ ਦੁਖੀ ਆ। ਭਾਵ ਕਿ ਮੋਹ ਦਾ ਟੋਆ ਇੰਨਾ ਡੂੰਘਾ ਹੈ, ਇੰਨਾ ਡੂੰਘਾ, ਇਹਦੇ ਚੋਂ ਨਿਕਲਿਆ ਨਹੀਂ ਜਾ ਸਕਦਾ। ਰੋਜ਼ ਪੜ੍ਹਦੇ ਆ ਨਾ ਰਹਿਰਾਸ ਸਾਹਿਬ ਵਿੱਚ ਕਿ ਤਿਤ ਸਰਵਰੜਾ ਭਈਲੇ ਨਿਵਾਸਾ, ਪਾਣੀ ਪਾਵ ਕਿਤਨੇ ਕੀਆ, ਪੰਕ ਜੋ ਮੋਹ ਪਗ ਨਹੀਂ ਚਾਲੈ, ਪੰਕ ਵੱਖਰਾ ਜੋ ਪਾਠ ਵੱਖਰਾ, ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਸੱਚੇ ਪਾਤਸ਼ਾਹ, ਚਿੱਕੜ ਮੋਹ ਦਾ ਹੈਗਾ ਹੀ ਏਡਾ ਭੈੜਾ। ਇਸ ਮੋਹ ਦੇ ਚਿੱਕੜ ਵਿੱਚ ਪਿਆ ਹੋਇਆ ਇੱਕ ਪੈਰ ਨਹੀਂ ਤੁਰਿਆ ਜਾਂਦਾ, ਅੱਗੇ ਡੁੱਬ ਰਹੇ ਆ, ਸਾਰੇ ਹੀ ਡੁੱਬ ਰਹੇ ਆ ਇਹਦੇ ਵਿੱਚ। ਇਸ ਕਰਕੇ ਮਹਾਰਾਜ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਹੇ ਬ੍ਰਹਮ ਵਿਆਪਕ ਰੂਪ, ਹੇ ਭੁਜ ਬਲ ਵੀਰ ਬਾਹਾਂ ਵਾਲਿਆ ਪ੍ਰਮਾਤਮਾ, ਹੇ ਸੁੱਖਾਂ ਦੇ ਸਮੁੰਦਰਾ ਮੇਰੇ ਦਾਤਿਆ, ਮੈਂ ਮੋਹ ਦੇ ਟੋਏ ਵਿੱਚ ਡਿੱਗ ਪਿਆ, ਮੋਹ ਦੇ ਟੋਏ ਵਿੱਚ ਡਿੱਗ ਪਿਆ, ਗਰਤ ਪਰਤ, ਤੇ ਤੂੰ ਕੀ ਕਰਨਾ? ਗਹਿ ਲਿਹੋ ਅੰਗੁਰੀਆ, ਇਹ ਸੱਚੇ ਪਾਤਸ਼ਾਹ ਮੇਰੇ ਟੋਏ ਵਿੱਚ ਡਿੱਗੀ ਹੋਈ ਦੀ ਉਂਗਲ ਫੜ ਲਾ, ਮੈਨੂੰ ਇਸ ਟੋਏ ਵਿੱਚੋਂ ਡੁੱਗੇ ਨੂੰ ਬਾਹਰ ਕੱਢ ਲਾ। ਰਹਾਓ ਵਿਸਰਾਮ ਦੇ ਕੇ ਫਰਮਾਨ ਕਰਦੇ ਨੇ। ਜੇ ਮਹਾਰਾਜ ਕਹਿਣ ਲੱਗੇ ਤੂੰ ਚੰਗੇ ਕੰਮ ਕਰ, ਚੰਗੇ ਕੰਮ ਕਰਿਆ ਕਰਨਾ, ਤੇ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਫਿਰ ਬੇਨਤੀ ਕਰਨੀ, ਕਹਿੰਦੇ ਸਰਵਨ ਨਾ ਸੁਰਤ ਨੈਣ ਸੁੰਦਰ ਨਹੀਂ। ਦਾਤਾ ਮੇਰੇ ਕੰਨ ਵੀ ਚੰਗੇ ਨਹੀਂ ਹੈਗੇ, ਮੇਰੀਆਂ ਅੱਖਾਂ ਵੀ ਚੰਗੀਆਂ ਨਹੀਂ ਹੈਗੀਆਂ। ਹੁਣ ਚੰਗੀਆਂ ਦਾ ਮਤਲਬ ਇਹ ਨਹੀਂ, ਭਗਤ ਬਾਣੀ ਵਿੱਚੋਂ ਹੋਰ ਵਿਆਖਿਆ ਆਉਣੀ ਹੈ, ਸਮਾਂ ਨਹੀਂ ਆਪਣੇ ਕੋਲੇ। ਚੰਗੀਆਂ ਦਾ ਮਤਲਬ ਇਹ ਨਹੀਂ ਆ ਵੀ ਭਗਤ ਸਾਹਿਬ, ਭਗਤ ਕਬੀਰ ਜੀ ਵੀ ਇਸ ਗੱਲ ਦੀ ਉਦਾਹਰਨ ਦਿੰਦੇ ਨੇ ਕਿ ਮੈਂ ਵੀ ਪਿੰਗਲਾ ਆ, ਮੈਂ ਅੰਨਾ ਆ, ਮੈਂ ਲੂਲਾ ਆ, ਮੈਂ ਲੰਗਾ ਆ, ਸੱਚੇ ਪਾਤਸ਼ਾਹ ਮੈਨੂੰ ਬਚਾ ਲਾ। ਉਥੇ ਮਤਲਬ ਇਹ ਨਹੀਂ ਹੈ ਭਗਤ ਕਬੀਰ ਸਾਹਿਬ ਦੇ ਵੀ ਉਹਨਾਂ ਦੇ ਪੈਰ ਵੱਢੇ ਗਏ ਕਿਤੇ, ਨਹੀਂ। ਉਥੇ ਅਰਥ ਇਹ ਬਣਦਾ ਵੀ ਸੱਚੇ ਪਾਤਸ਼ਾਹ ਅੱਖਾਂ ਤੂੰ ਦਿੱਤੀਆਂ ਸੀ, ਪਰ ਜਿਹੜੇ ਕੰਮ ਵਾਸਤੇ ਦਿੱਤੀਆਂ ਸੀ ਉਧਰ ਨਹੀਂ ਲਾਈਆਂ। ਕੰਨ ਦਿੱਤੇ ਸੀ, ਜਿਹੜੇ ਕੰਮ ਵਾਸਤੇ ਤੂੰ ਦਿੱਤੇ ਸੀ, ਇਹ ਸਰਵਣ ਹੋ ਮੇਰੇ ਉਹ ਸਾਚਾ ਸੁਣਨਾ ਨੂੰ ਪਠਾਏ, ਉਧਰ ਨਹੀਂ ਲਾਏ। ਇਸ ਕਰਕੇ ਮੇਰੇ ਕੰਨ ਬੋਲੇ ਆ, ਤੇਰੀ ਗੱਲ ਸੁਣਦੇ ਹੀ ਨਹੀਂ। ਇਸ ਰੂਪ ਦੇ ਵਿੱਚ ਸੱਚੇ ਪਾਤਸ਼ਾਹ ਮੇਰੀਆਂ ਅੱਖਾਂ, ਮੇਰੇ ਜਿਹੜੇ ਕੰਨ ਨੇ ਨਾ, ਇਹ ਸੁਣਦੇ ਨਹੀਂ ਤੇਰੀ ਗੱਲ ਨੂੰ। ਅਸੀਂ ਸੁਣਦੇ ਆ ਬਾਣੀ, ਕਥਾ, ਵਾਰਤਾ, ਕੀਰਤਨ, ਪਰ ਸੁਣ ਕੇ ਜਦੋਂ ਦਰਵਾਜ਼ੇ ਤੋਂ ਬਾਹਰ ਨਿਕਲਣਾ ਉਸੇ ਵੇਲੇ ਚੇਤਾ ਭੁੱਲਿਆ ਹੁੰਦਾ ਵੀ ਕੀ ਕਿਹਾ ਕੀ ਗੁਰੂ ਨੇ। ਜੇ ਕਿਤੇ ਸੁਣਨ ਦੀ ਮਹਾਨਤਾ ਦਾ ਪਤਾ ਲੱਗ ਜਾਏ, ਸੁਣਨ ਦੀ ਵਡਿਆਈ ਪ੍ਰਾਪਤ ਹੋ ਜਾਏ, ਤੇ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਮੈਂ ਵੀ ਤੁਹਾਡੇ ਵਿੱਚ ਹੀ ਹਾਂ। ਜਦੋਂ ਤੱਕ ਮੇਰੇ ਸਰੀਰ ਉੱਤੇ ਦੁੱਖ ਪੈ ਰਹੇ ਨੇ, ਪਾਪ ਪੈ ਰਹੇ ਨੇ, ਇਹਦਾ ਮਤਲਬ ਇਹ ਆ ਵੀ ਮੈਂ ਇਹਦੇ ਗੁਰੂ ਦੀ ਗੱਲ ਨੂੰ ਸੁਣਿਆ ਨਹੀਂ। ਜੇ ਗੁਰੂ ਦੀ ਗੱਲ, ਗੁਰੂ ਦੀ ਬਾਣੀ ਸਾਨੂੰ ਸੁਣਨੀ ਆ ਜਾਂਦੀ, ਤੇ ਗੁਰੂ ਦੀ ਮੋਹਰ ਆ, ਗੁਰੂ ਦੀ ਸਟੈਂਪ ਲੱਗੀ ਆ ਵੀ ਜਿਹੜਾ ਇਹਨੂੰ ਸੁਣ ਲੇਗਾ ਉਹਦੇ ਦੁੱਖ ਪਾਪ ਨਾਸ ਹੋ ਜਾਣਗੇ, ਉਹਦੇ ਦੁੱਖ ਪਾਪ ਨਹੀਂ ਰਹਿਣਗੇ। ਤੇ ਜੇ ਅਜੇ ਵੀ ਸਾਡੇ ਤੇ ਵਾਪਰ ਰਿਹਾ, ਮੈਂ ਪਹਿਲਾਂ ਬੇਨਤੀ ਕੀਤੀ, ਮੈਂ ਤੁਹਾਡੇ ਵਿੱਚ ਆ, ਕਿਤੇ ਇਹ ਨਹੀਂ ਵੱਖਰਾ ਨਹੀਂ। ਜੇ ਸਾਨੂੰ ਦੁੱਖ ਵਿਆਪ ਰਹੇ ਨੇ ਨਾ, ਇਹਦਾ ਮਤਲਬ ਹੈ ਕਿ ਅਸੀਂ ਅਜੇ ਤੱਕ ਗੁਰੂ ਦੀ ਗੱਲ ਸੁਣਨ ਵਾਲੇ ਹੀ ਨਹੀਂ ਬਣੇ।
ਅੱਗੇ ਮੰਨਣ ਦੀ ਗੱਲ ਤੇ ਨਿਧਿਆਸਨ ਦੀ ਗੱਲ ਤੇ ਬਹੁਤ ਦੂਰ ਪੈਣੀ ਹੈ। ਇਸ ਕਰਕੇ ਮਹਾਰਾਜ ਜੀ ਮੈਂ ਤੁਹਾਡੇ ਗੱਲ ਨੂੰ, ਤੁਹਾਡੇ ਉਪਦੇਸ਼ ਨੂੰ ਸ਼ਰਧਾ ਤੇ ਭਾਵਨਾ ਰੂਪੀ ਕੰਨਾਂ ਨਾਲ ਜਾਂ ਭਰੋਸੇ ਦੇ ਕੰਨਾਂ ਨਾਲ ਸੁਣਦਾ ਹੀ ਨਹੀਂ। ਜਦੋਂ ਸੁਣਦਾ ਗੁਰੂ ਕਹਿੰਦਾ ਅੰਮ੍ਰਿਤ ਛਕ, ਗੁਰੂ ਕਹਿੰਦਾ ਕਿਰਪਾਨ ਪਾ, ਗੁਰੂ ਕਹਿੰਦਾ ਸ਼ਰਾਬ ਨਸ਼ੇ ਛੱਡ, ਗੁਰੂ ਕਹਿੰਦਾ ਆਹ ਛੱਡ, ਇਹਦੀ ਕੀ ਲੋੜ ਹੈ, ਤੇ ਪੁਰਾਣੇ ਜ਼ਮਾਨਿਆਂ ਦੀਆਂ ਗੱਲਾਂ। ਇਹ ਕਹਿੰਦਾ ਗੁਰੂ ਹੈ, ਅਸੀਂ ਆਪਣੇ ਆਪ ਨੂੰ ਟਿਕਾ ਨਾ, ਇਹ ਤੇ ਬਾਬਿਆਂ ਦਾ ਕੰਮ ਹੈ, ਇਹ ਤੇ ਕਹਿੰਦੇ ਰਹਿੰਦੇ। ਉਹ ਸਾਡੇ ਤੇ ਲਿਆਣ ਕੇ ਟਿਕਾ ਦੇਣਾ ਵੀ ਇਹ ਕਹਿੰਦੇ ਆ, ਅਸੀਂ ਕੋ ਮੰਨੀਏ। ਪਰ ਗੁਰੂ ਦੀ ਸਮਝ ਕੇ ਨਹੀਂ ਮੰਨਣਾ, ਗੁਰੂ ਦੀ ਸਮਝ ਕਰਕੇ ਆਪਣੇ ਮਨ ਵਿੱਚ ਵਸਾਈ ਨਹੀਂ। ਇਸ ਕਰਕੇ ਮਹਾਰਾਜ ਸਰਵਨ ਨਾ ਸੁਰਤ, ਮੇਰੇ ਕੰਨ ਵੀ ਚੰਗੇ ਨਹੀਂ, ਕਿਉਂਕਿ ਤੇਰੀ ਗੱਲ ਸੁਣ ਕੇ ਮੰਨਦੇ ਹੀ ਨਹੀਂ। ਫਿਰ ਨੈਣ ਸੁੰਦਰ ਨਹੀਂ, ਇਹਨਾਂ ਅੱਖਰਾਂ ਨਾਲ ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ ਵੇਖਣਾ ਸੀ, ਪਰ ਮਹਾਰਾਜ ਮੈਂ ਤੇ ਦੁਸ਼ਮਣੀ ਵੇਂਦਾ ਰਿਹਾ ਦੁਨੀਆ ਦੇ ਵਿੱਚ ਸਾਰੀ ਜ਼ਿੰਦਗੀ। ਇਸ ਕਰਕੇ ਉਹ ਨੈਣ ਜਿਹੜੇ ਤੁਸੀਂ ਮੈਨੂੰ ਦਿੱਤੇ ਸੀ ਉਹ ਹੈ ਨਹੀਂ, ਉਹ ਹੈ ਨਹੀਂ। ਇਸ ਕਰਕੇ ਮੇਰੀਆਂ ਅੱਖਾਂ ਵੀ ਚੰਗੀਆਂ ਨਹੀਂ। ਆਰਤ ਦੁਆਰ, ਆਰਤ ਦਾ ਅਰਥ ਹੈ ਦੁਖੀ। ਸੱਚੇ ਪਾਤਸ਼ਾਹ ਹੁਣ ਮੇਰੇ ਅੱਖਾਂ ਵੀ ਨਹੀਂ ਕੰਮ ਕਰਦੀਆਂ, ਕੰਨ ਵੀ ਨਹੀਂ ਕੰਮ ਕਰਦੇ, ਅੱਗੇ ਆਉਂਦਾ ਰਟਤ ਪਿੰਗੁਰੀਆ, ਪੈਰ ਵੀ ਨਹੀਂ ਕੰਮ ਕਰਦੇ, ਪਿੰਗਲਾ ਆ ਪੈਰਾਂ ਤੋਂ, ਤੇ ਤੁਸੀਂ ਮੈਨੂੰ ਕਹਿੰਦੇ ਵੀ ਆਪੇ ਨਿਕਲ ਜਾ ਟੋਏ ਚੋਂ, ਮੈਂ ਕਿੱਦਾਂ ਨਿਕਲਾਂ ਹੁਣ ਸੱਚੇ ਪਾਤਸ਼ਾਹ। ਆਰਤ ਦੁਆਰ ਰਟਤ ਪਿੰਗੁਰੀਆ, ਮੈਂ ਦੁਖੀ ਹੋ ਕੇ ਤੇਰੇ ਦਰ ਦੇ ਉੱਤੇ ਪੁਕਾਰਾਂ ਕਰਦਾ, ਕਿਰਪਾ ਕਰ ਸੱਚੇ ਪਾਤਸ਼ਾਹ, ਮੇਰੇ ਕੋਲ ਆਪਣੇ ਕੋਲੋਂ ਨਹੀਂ ਨਿਕਲਿਆ ਜਾਣਾ। ਤੂੰ ਕਿਰਪਾ ਦੀ ਰਹਿਮਤ ਦੀ ਦਾਤ ਦੇ, ਤੂੰ ਆਪਣੀ ਮਿਹਰ ਦੀ ਉਂਗਲ ਮੈਨੂੰ ਫੜਾ, ਤਾਂ ਮੈਂ ਇਸ ਨਰਕ ਦੇ ਟੋਏ ਦੇ ਨਰਕ ਵਿੱਚੋਂ ਨਿਕਲ ਸਕਦਾ ਹਾਂ। ਦੀਨਾਨਾਥ ਅਨਾਥ ਕਰਨਾ ਮੈਂ, ਉਹ ਪ੍ਰਮਾਤਮਾ ਸਾਰਿਆਂ ਗਰੀਬਾਂ ਦਾ ਅਨਾਥ ਮਾਲਕ ਹੈ। ਉਹ ਆਪ ਪ੍ਰਮਾਤਮਾ ਅਨਾਥ ਹੈ, ਕਿਉਂਕਿ ਉਹਨੂੰ ਕਿਸੇ ਮਾਲਕ ਦੀ ਲੋੜ ਨਹੀਂ ਹੈ। ਤੂੰ ਕਰਨਾ ਮੈਂ ਪਾਠ ਇਕੱਠਾ ਕਰਕੇ, ਤੂੰ ਕਿਰਪਾਲੂ ਆ, ਦਿਆਲੂ ਆ। ਸਾਜਨ ਮੀਤ ਪਿਤਾ ਮੈਂ ਤਰੀਆ, ਸੱਜਣ ਇਸ ਦੁਨੀਆਦਾਰੀ ਦੇ ਜ਼ਿੰਦਗੀ ਦੇ ਸਫ਼ਰ ਦਾ ਤੂੰ ਸੱਜਣ ਆ। ਤੇ ਮੀਤ ਮਿੱਤਰ, ਮਿੱਤਰ ਦਾ ਅਰਥ ਵਿਦਵਾਨਾਂ ਨੇ ਕੀਤਾ ਵੀ ਜਦੋਂ ਸਾਡੀ ਆਤਮਾ ਨੇ ਸਰੀਰ ਨੂੰ ਛੱਡ ਕੇ ਪ੍ਰਮਾਤਮਾ ਦੇ ਘਰ ਜਾਣਾ, ਉਸ ਰਾਹ ਦੇ ਉੱਤੇ ਜਿਹਨੇ ਮਿੱਤਰਤਾ ਨਿਭਾਉਣੀ ਉਹ ਪ੍ਰਮਾਤਮਾ ਮਿੱਤਰ ਹੈ ਸਾਡਾ। ਭਾਵ ਕਿ ਦੁਨੀਆ ਦਾ ਸੱਜਣ ਹੈ, ਪ੍ਰਮਾਤਮਾ ਦੀ ਦਰਗਾਹ ਦਾ ਮਿੱਤਰ ਆ। ਫਿਰ ਇੱਥੇ ਹੀ ਬਸ ਨਹੀਂ, ਪਿਤਾ ਮਹਿ ਤਰੀਆ, ਤੂੰ ਹੀ ਮੇਰਾ ਪਿਤਾ ਆ, ਤੇ ਤੂੰ ਹੀ ਮਹਿ ਤਰੀਆ ਦਾ ਅਰਥ ਆ ਮਾਂ ਆ। ਇਹਦੇ ਅੰਤਰੀਵ ਅਰਥ ਵੀ ਅੱਗੇ ਆਉਂਦੇ ਆ ਕਿ ਖਿਮਾ ਰੂਪੀ ਮਾਂ ਆ, ਸੰਤੋਖ ਰੂਪੀ ਪੁੱਤਰ ਆ, ਸੰਤੋਖ ਰੂਪੀ ਪਿਤਾ ਆ, ਗਿਆਨ ਰੂਪੀ ਪੁੱਤਰ ਆ, ਤੇ ਸਰਵਣ ਮੰਨਣ ਨਿਧਿਆਸਨ ਆਦਿਕ ਰੂਪੀ ਬਾਕੀ ਸਾਰੇ ਸੰਬੰਧੀ ਆ। ਇਸ ਕਰਕੇ ਸੱਚੇ ਪਾਤਸ਼ਾਹ ਮੇਰਾ ਤੇਰੇ ਤੋਂ ਬਿਨਾਂ ਕੋਈ ਹੋਇਆ ਹੀ ਨਹੀਂ। ਤੂੰ ਹੀ ਮੇਰਾ ਪਿਤਾ ਆ, ਤੂੰ ਹੀ ਮੇਰੀ ਮਾਤਾ ਆ, ਤੂੰ ਹੀ ਮੇਰਾ ਭਰਾ ਆ, ਤੂੰ ਹੀ ਮੇਰਾ ਪੁੱਤਰ ਆ, ਤੂੰ ਹੀ ਮੇਰਾ ਸੰਬੰਧੀ ਆ, ਤੂੰ ਹੀ ਸਾਰਾ ਮੇਰਾ ਕੋੜਮਾ ਆ। ਮੈਂ ਅਨਾਥ ਆ ਤੇ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆਣ ਕੇ ਪਿਆ ਹੋਇਆ ਬੇਨਤੀਆਂ ਕਰਦਾ, ਕਿਰਪਾ ਕਰਕੇ ਮੈਨੂੰ ਇਹਨਾਂ ਔਗਣਾਂ ਤੋਂ ਬਚਾ ਲੈਣਾ ਕਰ। ਚਰਨ ਕਵਲ ਹਿਰਦੈ ਗਹਿ ਨਾਨਕ। ਤੇ ਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਦੇ ਅੰਦਰ ਫੜ ਲਾ। ਗਹਿ ਦਾ ਅਰਥ ਹੈ ਗ੍ਰਹਿਣ ਕਰ ਲਾ। ਗਹਿ ਦਾ ਅਰਥ ਹੈ ਉਹ ਮਹਾਨ ਥਾਂ ਪ੍ਰਾਪਤ ਹੋ ਜਾਏ ਜਿੱਥੇ ਪਰਮੇਸ਼ਰ ਦੇ ਚਰਨ ਕਮਲ ਕਦੇ ਨਹੀਂ ਵਿਸਰਦੇ, ਜਿੱਥੇ ਕਦੇ ਪਰਮੇਸ਼ਰ ਦਾ ਨਾਮ ਨਹੀਂ ਭੁੱਲਦਾ। ਇਸ ਕਰਕੇ ਪ੍ਰਮਾਤਮਾ ਦੇ ਸ਼ਬਦ ਰੂਪੀ ਚਰਨ, ਨਾਮ ਰੂਪੀ ਚਰਨ ਕਮਲਾਂ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖ ਲੈਣਾ ਕਰ। ਭੈ ਸਾਗਰ ਸੰਤ ਪਾਰ ਉਤਰੀਆ। ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਜਿਹੜੇ ਇਸ ਪ੍ਰਕਾਰ ਗੁਰੂ ਦੇ ਚਰਨਾਂ ਨੂੰ, ਗੁਰੂ ਦੇ ਸ਼ਬਦ ਨੂੰ, ਨਾਮ ਨੂੰ ਆਪਣੇ ਹਿਰਦੇ ਦੀਆਂ ਗਹਿਰਾਈਆਂ ਵਿੱਚ ਫੜ ਲੈਣਗੇ, ਧਾਰਨ ਕਰ ਲੈਣਗੇ, ਉਹ ਭੈਦਾਇਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਣਗੇ। ਉਹ ਕਦੇ ਵੀ ਸੰਸਾਰ ਸਮੁੰਦਰ ਦੇ ਔਗਣਾਂ ਟੋਇਆਂ ਵਿੱਚ ਨਹੀਂ ਡੁੱਬਣਗੇ। ਜਿਹੜੇ ਗੁਰੂ ਦਾ ਆਸਰਾ ਲੈ ਕਰਕੇ ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਵਿੱਚ ਕਮਾ ਲੈਣਗੇ। ਇਹ ਅੰਮ੍ਰਿਤ ਰੂਪ ਉਪਦੇਸ਼ ਬਖਸ਼ਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਹੋਈਆਂ ਬੇਅੰਤ ਪ੍ਰਕਾਰ ਦੀਆਂ ਉਣਤਾਈਆਂ ਭੁੱਲਾਂ ਗਲਤੀਆਂ ਦੀ ਮੁਆਫੀ, ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ। ਸਤਿਗੁਰੂ ਸਾਹਿਬ ਜੀ ਦਾ ਬਖਸ਼ਿਆ ਹੋਇਆ ਅੰਮ੍ਰਿਤ ਰੂਪ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸੇ, ਤਾਂ ਕਿ ਆਪਾਂ ਸਾਰੇ ਗੁਰੂ ਸਾਹਿਬਾਂ ਦੀ ਰਹਿਮਤ ਪ੍ਰਾਪਤ ਕਰਕੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਪ੍ਰਾਪਤ ਕਰ ਸਕੀਏ ਜੀ। ਭੁੱਲਾਂ ਗਲਤੀਆਂ ਦੀ ਖਿਮਾ, ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।